Good morning, student. In food preservation lecture, last we have done that there are different methods for the preservation of food. Number one, heat treatment, low temperature treatment, dehydration, osmotic pressure treatment, chemical treatment and treatment by radiation. इसके अंदर हमने किया था हीट ट्रीटमेंट अंडर पास्चराइजेशन क्या है? दिस इज़ द मॉडरेटली हाई टेम्परेचर टू रिड्यूस द viable microorganisms or to eliminate the pathogenic microorganisms. So moderately high temperature क्या है? 62.8 degree for 30 minutes. This is low temperature for long time, and 71.7 degree centigrade for 15 seconds. This is the high temperature for low time. And high temperature for short time, ST, and wines for 1 minute at temperature for 80 to 85 degree centigrade, and grape juice is 76.7 degree for 30 minutes. So these temperature you have to remember for the pasteurization. So next is the steam under pressure. Okay, steam under pressure, this is also under the heating. स्टीम अंडर प्रैशर मतलब कैनिंग क्या ਹੁੰਦਾ ਹੈਗਾ? ਜੋ ਡੱਬਾ ਬੰਦ ਫੂਡ ਹੈਗਾ ਆ ਉਹਨੂੰ ਅਸੀਂ ਕੀ ਕਰਨਾ ਹੈਗਾ ਆ, ਉਹਦੀ ਜੀ ਸਟੀਮ ਕਰਨੀ ਹੈਗੀ ਆ, ਉਹਨੂੰ ਅੰਡਰ ਪ੍ਰੈਸ਼ਰ ਅਸੀਂ ਸਟੀਮਿੰਗ ਕਰਨ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਹੈਗਾ ਫੂਡ ਨੂੰ ਪ੍ਰੀਜ਼ਰਵ ਕਰ ਸਕਦੇ ਹੈਗੇ ਆ। ਤੋ ਜਿਹੜੀ ਕੈਨਿੰਗ ਆਫ ਫੂਡ ਹੁੰਦੀ ਹੈਗੀ ਆ ਉਹਦੇ ਵਿੱਚ ਜ਼ਿਆਦਾ ਟਾਈਮ ਜਿਹੜਾ ਹੈਗਾ ਫੂਡ ਜਿਹੜਾ ਹੈਗਾ ਆ ਉਹ ਹਾਇਰ ਟੈਂਪਰੇਚਰ 'ਤੇ ਆਪਾਂ ਕੀ ਕਰਦੇ ਹੈਗੇ ਆ, ਉਹਨੂੰ ਕਿਲ ਕਰਦੇ ਹੈਗੇ ਆ ਮਾਈਕਰੋ-ਆਰਗੈਨਿਜ਼ਮਸ, ਐਂਡੋਸਪੋਰਸ ਜਿਹੜੇ ਮਾਈਕਰੋ-ਆਰਗੈਨਿਜ਼ਮਸ ਦੇ ਹੈਗੇ ਆ ਉਹਨੂੰ ਅਸੀਂ ਕਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੀ ਸਟੀਮ ਅੰਡਰ ਪ੍ਰੈਸ਼ਰ ਹੈਗੀ ਆ, ਜਿੱਦਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਸਟੀਮ ਬਣਦੀ ਨਾ, ਸੋ ਇਹ ਬਹੁਤ ਸਟੀਮ ਜਿਹੜੀ ਹੈਗੀ ਆ ਮੋਸਟ ਇਫੈਕਟਿਵ ਪਾਰਟ ਹੈਗਾ ਟੂ ਕਿਲ ਦਾ ਆਲ ਵੈਜੀਟੇਟਿਵ ਸੈਲਸ ਐਂਡ ਦੇਅਰ ਸਪੋਰਸ। ਅਤੇ ਜ਼ਿਆਦਾਤਰ ਹਾਈ ਟੈਂਪਰੇਚਰ 'ਤੇ ਸਟੀਮ ਇੰਜੈਕਸ਼ਨ ਹੁੰਦੀ ਹੈਗੀ ਆ। ਉਸ ਤੋਂ ਬਾਅਦ ਇੱਕਦਮ ਅਸੀਂ ਕੀ ਕਰਨਾ ਹੈਗਾ, ਕੂਲਿੰਗ ਕਰਨੀ ਹੈਗੀ ਆ। ਅਤੇ ਇਸ ਦੀ ਜਿਹੜੀ ਹੋਲ ਪ੍ਰੋਸੈਸ ਕੈਨਿੰਗ ਦੀ ਹੈਗੀ ਹੈ, ਇਹ 'ਚ ਕਲੀਨਿੰਗ, ਬਲਾਂਚਿੰਗ, ਫਿਲਿੰਗ ਆਫ ਕੈਨਸ ਜਾਂ ਜਾਰਸ, ਸੀਲਿੰਗ, ਆਟੋਕਲੇਵਿੰਗ ਐਂਡ ਕੂਲਿੰਗ ਜੋ ਹੈ ਟੋਟਲ ਜਿਹੜੀ ਹੈਗੀ ਹੈ ਪ੍ਰੋਸੈਸ ਦੇ ਵਿੱਚ ਹੁੰਦੀ ਹੈਗੀ ਆ, ਜੋ ਅਸੀਂ ਸਟੀਮ ਅੰਡਰ ਪ੍ਰੈਸ਼ਰ ਮੈਥਡ ਨਾਲ ਕਰਦੇ ਹਾਂ। ਕਲੀਨਿੰਗ ਕਿੱਦਾਂ ਕਰਨਾ ਹੈ ਕਿ ਜਿੱਦਾਂ ਫਰੈਸ਼ ਵੈਜੀਟੇਬਲਸ ਹੈ, ਫਰੂਟਸ ਹੈ, ਮੀਟ ਹੈ, ਜਿੰਨੇ ਵੀ ਸਾਡੇ ਕੋਲ ਫੂਡ ਹੈਗਾ ਉਹਨੂੰ ਅਸੀਂ ਕੀ ਕਰਨਾ ਹੈ, ਪਹਿਲਾਂ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰਕੇ ਡਰਟ ਜਿਹੜੀ ਹੈਗੀ ਆ ਉਹਨੂੰ ਰਿਮੂਵ ਕਰਨਾ ਹੈ, ਕਿਉਂਕਿ ਡਰਟ ਜਿਹੜੀ ਹੈਗੀ ਆ ਸੋਇਲ ਉਹਦੇ ਨਾਲ ਲੱਗੀ ਹੋਈ ਹੈਗੀ ਹੈ, ਦੈਟ ਇਜ਼ ਦਾ ਮੇਨ ਸੋਰਸ ਆਫ ਕੰਟੈਮੀਨੇਸ਼ਨ ਔਰ ਮੇਨ ਸੋਰਸ ਆਫ ਬੈਕਟੀਰੀਆ। ਸੋ ਉਸ ਤੋਂ ਬਾਅਦ ਅਸੀਂ ਬਲਾਂਚਿੰਗ ਕਰਨੀ ਆ। ਬਲਾਂਚਿੰਗ ਕੀ ਹੁੰਦੀ ਹੈਗੀ ਕਿ ਜੋ ਅਸੀਂ ਫੂਡ ਹੈਗਾ ਆ ਉਹਨੂੰ ਹੌਟ ਵਾਟਰ ਜਾਂ ਸਟੀਮ ਟਰੀਟਮੈਂਟ ਦੇਣੀ ਹੈਗੀ ਆ। ਬਲਾਂਚਿੰਗ ਔਰ ਸਕਾਲਡਿੰਗ ਵੀ ਇਹਨੂੰ ਕਹਿੰਦੇ ਹੈਗੇ। ਇਸ ਨਾਲ ਕੀ ਹੁੰਦੀ ਹੈਗੀ ਆ, ਅਗਰ ਅਸੀਂ ਕਲੀਨ ਫੂਡ ਹੈਗਾ ਉਹਨੂੰ ਹੌਟ ਟਰੀਟਮੈਂਟ ਜਾਂ ਸਟੀਮ ਦੇਵਾਂਗੇ ਤਾਂ ਉਹਨੂੰ ਅਸੀਂ ਕਹਿੰਦੇ ਹੈਗੇ ਕਿ ਅਸੀਂ ਮਾਈਕਰੋ-ਆਰਗੈਨਿਜ਼ਮਸ ਨੂੰ ਕੀ ਕੀਤਾ ਹੈਗਾ, ਕਿਲ ਕਰ ਦੇਣਾ ਹੈਗਾ। ਤਾਂ ਉਹਦਾ ਨੈਚੁਰਲ ਜਿਹੜੇ ਕਲਰਸ ਹੈਗੇ ਪ੍ਰੋਡਕਟਸ ਦੇ ਉਹਨੂੰ ਵੀ ਅਸੀਂ ਫਿਕਸ ਕਰਕੇ ਰੱਖਣਾ ਤਾਂ ਕਿ ਉਹ ਹੈਗਾ ਖ਼ਰਾਬ ਨਾ ਹੋਵੇ, ਐਂਡ ਏਅਰ ਵਿਦਿਨ ਦਾ ਪ੍ਰੋਡਕਟ ਬਾਏ expansion which might otherwise help in decomposition. So it does not allow effective autoclaving and stop the activity of autolytic enzyme. Blanching ਦੇ ਨਾਲ ਕੀ ਹੁੰਦਾ ਹੈਗਾ ਕਿ ਜਿਹੜੇ enzymes basically ਹੈਗੇ ਆ ਉਹਨਾਂ ਦੀ ਐਕਟੀਵਿਟੀ ਜਿਹੜੀ ਹੈਗੀ ਆ ਉਹ ਕੀ ਹੋ ਜਾਂਦੀ ਹੈਗੀ, ਐਕਟਿਵ ਜਿਹੜੇ ਆਟੋਲਿਟਿਕ ਐਨਜ਼ਾਈਮ ਹੈਗੇ ਆ ਉਹ ਇਨਐਕਟਿਵ ਹੋ ਜਾਂਦੇ ਹੈਗੇ, ਅਤੇ ਜਿਹਦੇ ਨਾਲ ਫੂਡ ਦਾ ਚੇਂਜ ਜਿਹੜਾ ਹੈਗਾ ਕਲਰ ਜਿਹੜਾ ਹੈਗਾ ਉਹ ਨਹੀਂ ਚੇਂਜ ਹੁੰਦਾ। ਠੀਕ ਹੈ, ਅਤੇ ਬਲਾਂਚਿੰਗ ਆਪਾਂ ਕੀ ਕਰਦੇ ਹੈਗੇ, ਹੌਟ ਵਾਟਰ 'ਚੋਂ ਇੱਕ ਵਾਰੀ ਹੌਟ ਵਾਟਰ ਤੋਂ ਬਾਅਦ ਅਸੀਂ ਉਹਨੂੰ ਕੋਲਡ ਵਾਟਰ ਦੇ ਵਿੱਚ ਜਿਹੜਾ ਹੈਗਾ ਹਲਕਾ ਜਿਹਾ ਜਿੱਦਾਂ ਬੋਇਲ ਵਾਟਰ ਕੀਤਾ ਉਹਦੇ ਵਿੱਚ ਰੱਖਿਆ, ਵਿਦਿਨ 1 ਸੈਕਿੰਡ ਅਸੀਂ ਕੀ ਕੀਤਾ, ਉਹਨੂੰ ਬਾਹਰ ਕੱਢ ਲੈਣਾ ਆਪਣੇ ਫੂਡ ਨੂੰ, ਜਾਂ ਉਹਦੀ ਹੌਟ ਵਾਟਰ ਦੇ ਨਾਲ ਸੀਵਿੰਗ 'ਚ ਪਾ ਕੇ ਉੱਪਰ ਦੀ ਹੌਟ ਵਾਟਰ ਪਾ ਕੇ ਅਸੀਂ ਆਪਣੇ ਫੂਡ ਜਿਹੜਾ ਹੈਗਾ ਉਹਨੂੰ ਹਟਾ ਦੇਣਾ। ਨਾ ਕਿ ਅਸੀਂ ਇੰਨੀ ਦੇਰ ਵਾਸਤੇ ਉਹਨੂੰ ਗਰਮ ਨਹੀਂ ਕਰਨਾ, ਬੋਇਲ ਨਹੀਂ ਕਰਨਾ ਬਲਾਂਚਿੰਗ 'ਚ, ਕਿ ਜਿਹੜਾ ਸਾਡਾ ਫੂਡ ਹੈਗਾ ਉਹ ਖ਼ਰਾਬ ਹੋ ਜਾਏ, ਉਹਦਾ ਕਲਰ ਚੇਂਜ ਹੋ ਜਾਏ। ਔਰ ਸਿਰਫ ਸਾਡਾ ਪਰਪਸ ਹੈਗਾ ਸਰਫੇਸ 'ਤੇ ਲੱਗੇ ਹੋਏ ਜੋ ਬੈਕਟੀਰੀਆ ਹੈਗੇ ਆ, ਜਿਹੜੀਆਂ ਅਸੀਂ ਸਬਜ਼ੀਆਂ ਧੋਤੀਆਂ, ਜਿਹੜੇ ਫਰੂਟ ਧੋਤੇ ਹੋਏ ਹੈਗੇ ਆ, ਉਹਨੂੰ ਅਸੀਂ ਖ਼ਤਮ ਕਰ ਦਈਏ ਜਾਂ ਉਹਨੂੰ ਅਸੀਂ ਕਿਲ ਕਰ ਦਈਏ। ਦੈਨ ਇਜ਼ ਦਾ ਡੀਹਾਈਡਰੇਸ਼ਨ ਦੇ ਵਿੱਚ ਕੀ ਆਪਾਂ ਫੂਡ 'ਚ ਕਰਦੇ ਹੈਗੇ ਕਿ ਜਿਹੜਾ ਡਰਾਈਡ ਫੂਡ ਹੈਗਾ, ਠੀਕ ਹੈ,
ਜਿਹੜੇ ਡਰਾਈਡ ਫੂਡ ਹੈਗੇ ਆ ਉਹਨਾਂ ਨੂੰ ਅਸੀਂ ਕਾਫੀ ਦੇਰ ਤੱਕ ਜਿਹੜਾ ਹੈ ਫਰੋਜ਼ਨ ਫਾਰਮ ਦੇ ਵਿੱਚ ਰੱਖ ਸਕਦੇ ਹਾਂ। ਮੇਨ ਹੈਗਾ ਕਿ ਜਿੱਦਾਂ ਵਾਟਰ ਹੈਗੀ ਆ ਜਾਂ ਏਅਰ ਹੈਗਾ, ਇਹ ਦੈਟ ਇਜ਼ ਦਾ ਕਾਜ਼ ਆਫ ਦਾ ਕੰਟੈਮੀਨੇਸ਼ਨ ਬਾਏ ਦਾ ਮਾਈਕਰੋ ਆਰਗੈਨਿਜ਼ਮ। ਅਗਰ ਮੋਇਸਚਰ ਹੀ ਨਹੀਂ ਹੋਏਗੀ ਜਾਂ ਏਅਰ ਹੀ ਨਹੀਂ ਹੋਏਗੀ ਜਿਹਦੇ ਵਿੱਚ ਬੈਕਟੀਰੀਆ, ਅਗਰ ਏਅਰ ਕਾਜ਼ਿੰਗ ਏਅਰ 'ਚ ਜਿਹੜੇ ਹੈਗੇ ਆ ਪੈਥੋਜੈਨਿਕ ਬੈਕਟੀਰੀਆ ਹੈਗੇ ਜਾਂ ਕੰਟੈਮੀਨੈਂਟਸ ਹੈਗੇ ਆ, ਉਹਨੂੰ ਅਸੀਂ ਡੀਹਾਈਡਰੇਸ਼ਨ ਕਹਿੰਦੇ ਹੈਗੇ। ਡੀਹਾਈਡਰੇਸ਼ਨ ਦਾ ਮਤਲਬ ਕਿ ਅਸੀਂ ਸੁਕਾ ਲੈਣਾ, ਅੱਛੀ ਤਰ੍ਹਾਂ ਹੀਟ ਅਪਲਾਈ ਕਰਕੇ ਕਿਸੇ ਫੂਡ ਜਿਹੜਾ ਹੈਗਾ ਉਹਨੂੰ ਸੁਕਾਉਣ ਦੇ ਨਾਲ ਕੀ ਹੁੰਦਾ ਹੈਗਾ, ਉਹਨੂੰ ਅਸੀਂ ਕਾਫੀ ਦੇਰ ਲਈ ਪ੍ਰੀਜ਼ਰਵ ਕਰਕੇ ਰੱਖ ਸਕਦੇ ਹੈਗੇ। ਸੋ ਅਗਰ ਫੂਡ ਪ੍ਰੋਡਕਟ ਜਿਹੜੇ ਹੈਗੇ ਆ 10% ਤੋਂ ਘੱਟ ਇਸ ਫਰੀ ਮਾਇਸਚਰ ਜਿਹੜੀ ਹੈਗੀ ਆ ਉਹਦੇ 'ਚ, ਤਾਂ ਉਹਨੂੰ ਜਿਹੜੇ ਬੈਕਟੀਰੀਆ ਉਹ ਸਪਾਇਲ ਨਹੀਂ ਕਰ ਸਕਦੇ। ਸੋ ਦਾ ਜਿਹੜਾ ਪ੍ਰੀਜ਼ਰਵੇਟਿਵ ਮੈਥਡ ਹੈਗਾ ਇਫੈਕਟ ਆਫ ਡੀਹਾਈਡਰੇਸ਼ਨ ਇਜ਼ ਡਿਊ ਮੇਨਲੀ ਟੂ ਮਾਈਕਰੋ ਬਾਇਓਸਟੈਸਿਸ। ਮਾਈਕਰੋ ਬਾਇਓਸਟੈਸਿਸ ਦਾ ਮਤਲਬ ਕੀ ਹੁੰਦਾ ਕਿ ਅਸੀਂ ਬੈਕਟੀਰੀਆ ਜਿਹੜਾ ਹੈਗਾ ਉਹਦੀ ਐਕਟੀਵਿਟੀ ਨੂੰ ਕੀ ਕੀਤਾ ਹੈਗਾ, ਸਟੋਪ ਕਰ ਦਿੱਤਾ। ਸੋ ਮਾਈਕਰੋ ਆਰਗੈਨਿਜ਼ਮ ਦਾ ਨੈਸੈਸਰੀਲੀ ਕਿਲਡ ਬਿਕੋਜ਼ ਦੇਅਰ ਗਰੋਥ ਇਜ਼ ਪ੍ਰੀਵੈਂਟਡ ਬਾਏ ਰਿਡਿਊਸਿੰਗ ਦਾ ਮੋਇਸਚਰ। ਅਸੀਂ ਉਹਦਾ ਜਿਹੜਾ ਗਰੋਥ ਹੈਗੀ ਬੈਕਟੀਰੀਆ ਦੀ, ਅਸੀਂ ਕਾਹਦੇ ਨਾਲ ਰੋਕ ਦਿੱਤੀ ਹੈਗੀ ਆ, ਰਿਡਿਊਸ ਕਰਕੇ ਉਹਦਾ ਮੋਇਸਚਰ ਕੰਟੈਂਟ। ਸੋ ਜੋ ਰਿਡਿਊਸ ਕੀਤਾ ਹੈਗਾ ਹੈ ਉਹ ਵੀ ਅਸੀਂ ਕਿੰਨਾ ਕੀਤਾ ਹੈ, 10% ਤੱਕ ਰਿਡਿਊਸ ਕਰ ਦਿੱਤਾ ਹੋਇਆ ਹੈਗਾ। ਅਤੇ ਦੈਟ ਇਜ਼ ਦਾ ਉਹ ਤੋਂ ਬਾਅਦ ਜਿਹੜੇ ਮਾਈਕਰੋ ਆਰਗੈਨਿਜ਼ਮਸ ਹੈ ਇਹ 'ਚ ਗਰੋ ਨਹੀਂ ਕਰ ਪਾਉਣਗੇ। ਅਤੇ ਅਗਰ ਅਸੀਂ ਉਹਦੀ ਵਾਟਰ ਦੇ ਨਾਲ ਕੋਈ ਮੋਇਸਚਰ ਦੇ ਨਾਲ ਕੋਈ ਨਈ ਐਕਟੀਵਿਟੀ ਕਰਵਾਉਂਦੇ ਫੂਡ ਦੀ, ਅਤੇ ਫੂਡ ਜਿਹੜਾ ਹੈਗਾ ਕਾਫੀ ਦੇਰ ਲਈ ਪ੍ਰੀਜ਼ਰਵ ਰਹੇਗਾ। ਉਹਦੇ ਵਿੱਚ ਅਸੀਂ ਏਅਰ ਵੀ ਨਹੀਂ ਜਾਣ ਦੇਣੀ ਹੈਗੀ, ਕਿਉਂਕਿ ਏਅਰ ਕਾਜ਼ਿੰਗ ਕੰਟੈਮੀਨੈਂਟ ਵੀ ਜੋ ਹੈ ਉਹ ਕਾਜ਼ ਕਰ ਸਕਦੇ ਹੈਗੇ ਕੰਟੈਮੀਨੇਸ਼ਨ। ਇਸ ਲਈ ਅਸੀਂ ਉਹਨੂੰ ਏਅਰ ਟਾਈਟ ਕੰਟੇਨਰ 'ਚ ਪਾ ਕੇ ਰੱਖਦੇ ਹੈਗੇ। ਸੋ ਤਾਂ ਕਿ ਜਿਹੜੀ ਹਿਊਮਿਡਿਟੀ ਬਾਹਰੋਂ ਹੈਗੀ ਆ ਉਹ ਅੰਦਰ ਨਾ ਜਾ ਸਕੇ, ਅਤੇ ਬਾਹਰਲੀ ਏਅਰ ਜਿਹੜੀ ਹੈਗੀ ਆ ਉਹ ਬਾਹਰ ਰਹੇ। ਅੰਦਰ ਵਾਲੀ ਏਅਰ ਨੂੰ ਵੀ ਅਸੀਂ ਕੀ ਹੈਗਾ, ਏਅਰ ਟਾਈਟ ਕੰਟੇਨਰ 'ਚ ਬਾਹਰ ਕੱਢਣਾ ਹੈਗਾ। ਸੋ ਦੈਨ ਇਜ਼ ਦਾ ਔਸਮੋਟਿਕ ਪ੍ਰੈਸ਼ਰ ਟਰੀਟਮੈਂਟ। ਇਹ ਤਾਂ ਸੀ ਡੀਹਾਈਡਰੇਸ਼ਨ 'ਚ ਮੋਸਟਲੀ ਕੀ ਹੋ ਗਿਆ, ਅਸੀਂ ਚੀਜ਼ਾਂ ਨੂੰ, ਜਿਵੇਂ ਕਸ਼ਮੀਰ ਦੇ ਵਿੱਚ ਹੈਗਾ ਉੱਥੇ ਕਾਫੀ ਟਾਈਮ ਲਈ ਬਰਫ਼ ਪਈ ਰਹਿੰਦੀ ਹੈਗੀ, ਅਤੇ ਲੋਕ ਕੀ ਕਰਦੇ ਹੈਗੇ ਆ, ਮੋਸਟਲੀ ਸਬਜ਼ੀਆਂ ਜਿਹੜੀਆਂ ਹੁੰਦੀਆਂ ਹੈਗੀਆਂ ਉਹਨਾਂ ਨੂੰ ਜਿਹੜੇ ਸੀਜ਼ਨ 'ਚ ਅਵੇਲੇਬਲ ਹੁੰਦੀਆਂ ਉਹਨਾਂ ਨੂੰ ਸੁਕਾ ਕੇ ਰੱਖ ਲੈਂਦੇ ਹੈਗੇ। ਅਤੇ ਜਦੋਂ ਸਨੋਫਾਲ ਹੁੰਦੀ ਹੈਗੀ ਉਹ ਨਹੀਂ ਬਾਹਰ ਨਿਕਲ ਸਕਦੇ, ਅਤੇ ਉਹਨਾਂ ਸਬਜ਼ੀਆਂ ਨੂੰ ਕਾਫੀ ਟਾਈਮ ਲਈ ਮਤਲਬ ਇੱਕ ਪੂਰੇ ਸੀਜ਼ਨ ਵਾਸਤੇ, ਸਾਲ ਤੱਕ ਉਹਨਾਂ ਚੀਜ਼ਾਂ ਨੂੰ ਉਹ ਯੂਜ਼ ਕਰਕੇ ਰੱਖਦੇ ਹੈਗੇ ਆ। ਸਾਡੇ ਪੰਜਾਬ 'ਚ ਵੀ ਪ੍ਰਵਲੈਂਟ ਹੈ ਇਹ ਵਾਲੀ ਚੀਜ਼ ਜਿਹੜੀ ਹੈਗੀ ਆ, ਚੀਜ਼ਾਂ ਨੂੰ ਸੁਕਾ ਕੇ। ਤੁਸੀਂ ਦੇਖੋ ਘਰਾਂ ਦੇ ਵਿੱਚ ਤੁਹਾਡੇ ਮਦਰ ਵੀ ਹੈਗੇ, ਉਹ ਵੀ ਡੀਹਾਈਡਰੇਸ਼ਨ ਕਰਦੇ ਹੋਣਗੇ ਕਿ ਚੀਜ਼ਾਂ ਨੂੰ ਸੁਕਾ ਕੇ ਕਾਫੀ ਸਾਲ ਵਾਸਤੇ ਅਸੀਂ ਪ੍ਰੀਜ਼ਰਵ ਕਰਕੇ ਰੱਖਦੇ ਹੈਗੇ ਹਾਂ ਔਰ ਉਸ ਨੂੰ ਖਾ ਸਕਦੇ ਹੈਗੇ ਹਾਂ। ਔਸਮੋਟਿਕ ਪ੍ਰੈਸ਼ਰ ਟਰੀਟਮੈਂਟ ਦੇ ਵਿੱਚ ਅਸੀਂ ਕੀ ਕਰਨਾ ਹੈਗਾ ਕਿ ਜਦੋਂ ਹਾਈ ਔਸਮੋਟਿਕ ਪ੍ਰੈਸ਼ਰ ਹੁੰਦਾ ਹੈਗਾ ਫੂਡ ਦੇ ਵਿੱਚ, ਉਹ ਅਸੀਂ ਜਿਵੇਂ ਔਸਮੋਟਿਕ ਪ੍ਰੈਸ਼ਰ ਅਸੀਂ ਫੂਡ ਦੇ ਵਿੱਚ ਜਿਹੜਾ ਹੈਗਾ ਆ ਕਿੱਦਾਂ ਕ੍ਰੀਏਟ ਕਰਨਾ ਹੈਗਾ, ਉਹ ਇਨਕਰੀਜ਼ਿੰਗ ਇਟਸ ਸੋਲਿਊਟ ਕੌਨਸਨਟ੍ਰੇਸ਼ਨ। ਅਗਰ ਸੋਲਿਊਟ ਕੌਨਸਨਟ੍ਰੇਸ਼ਨ ਨਾਲ ਫੂਡ ਦਾ ਅਸੀਂ ਕੀ ਹੈਗਾ ਆ ਪ੍ਰੈਸ਼ਰ, ਅਸੀਂ ਔਸਮੋਟਿਕ ਪ੍ਰੈਸ਼ਰ ਵਧਾ ਦਿੱਤਾ, ਅਤੇ ਮਾਈਕਰੋ ਆਰਗੈਨਿਜ਼ਮ ਜਿਹੜੇ ਹੈਗੇ ਆ ਉਹਦਾ ਔਸਮੋਟਿਕ ਪ੍ਰੈਸ਼ਰ ਰਿਲੇਟਿਵਲੀ ਲੋ ਹੋ ਜਾਣਾ ਹੈਗਾ। ਅਤੇ ਫਿਰ ਕੀ ਹੋ ਜਾਣੀ ਹੈ, ਪਲਾਜ਼ਮੋਲਾਈਜ਼ਡ ਹੋ ਜਾਣੇ। ਇਸ ਪ੍ਰੋਸੈਸ ਨੂੰ ਅਸੀਂ ਪਲਾਜ਼ਮੋਲਿਸਿਸ ਕਹਿੰਦੇ ਹੈਗੇ ਆ, ਅਤੇ ਉਹ ਬੈਕਟੀਰੀਆ ਜਿਹੜੇ ਹੈਗੇ ਡਾਈ ਹੋ ਜਾਂਦੇ। ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹੈਗੀ ਕਿ ਜਿੱਦਾਂ ਅਸੀਂ ਅਚਾਰ ਪਾਉਂਦੇ ਹੈਗੇ, ਉਹ ਅਚਾਰ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਅੰਬਾਂ ਦੇ ਵਿੱਚ ਅਸੀਂ ਆਇਲ ਤੋਂ ਪਹਿਲਾਂ ਅਸੀਂ ਕਿੰਨਾ ਸਾਰਾ ਉਹ 'ਚ ਨਮਕ ਪਾਉਂਦੇ ਹੈਗੇ ਆ। ਜਿਹੜਾ ਨਮਕ ਹੈਗਾ ਆ ਬੇਸਿਕਲੀ ਜੋ ਇਹਦੇ ਨਾਲ ਕੀ ਹੋਏਗਾ, ਨਮਕ ਨਾਲ ਬਾਹਰ ਵਾਲੀ ਜਿਹੜੀ ਸੋਲਿਊਟ ਕੌਨਸਨਟ੍ਰੇਸ਼ਨ ਹੈਗੀ ਆ ਫੂਡ ਦੇ ਵਿੱਚ ਅਸੀਂ ਜ਼ਿਆਦਾ ਕਰ ਦਿੱਤੀ, ਅਤੇ ਸੋਲਿਊਟ ਕੌਨਸਨਟ੍ਰੇਸ਼ਨ ਜ਼ਿਆਦਾ ਹੋਣ ਕਰਕੇ, ਅਤੇ ਜਿਹੜਾ ਅਗਰ ਬੈਕਟੀਰੀਆ ਜਿਹੜਾ ਹੈਗਾ ਬੈਕਟੀਰੀਅਲ ਸੈੱਲ ਦੇ ਅੰਦਰ ਔਸਮੋਟਿਕ ਪ੍ਰੈਸ਼ਰ ਘੱਟ ਹੋਏਗਾ, ਅਤੇ ਇਹਦੇ ਵਿੱਚ ਬਾਹਰ ਵਾਲੀ ਸਾਈਡ 'ਤੇ ਕੌਨਸਨਟ੍ਰੇਸ਼ਨ ਆਫ ਸੋਲਿਊਟ ਦੀ ਜ਼ਿਆਦਾ ਹੋ ਜਾਏਗੀ। ਅਤੇ ਇਹਦੇ ਨਾਲ ਕੀ ਹੋਏਗਾ, ਲੋਅਰ ਟੂ ਹਾਇਰ ਜੋ ਹੈ ਸੋਲਿਊਟ ਜਿਹੜਾ ਹੈਗਾ ਮੂਵ ਕਰਨਾ ਸ਼ੁਰੂ ਹੁੰਦਾ, ਅਤੇ ਸੈੱਲ ਜਿਹੜਾ ਹੁੰਦਾ ਉਹ ਲਾਈਜ਼ ਹੋ ਜਾਂਦਾ ਹੈਗਾ, ਅਤੇ ਇਹਨੂੰ ਅਸੀਂ ਔਸਮੋਟਿਕ ਪ੍ਰੈਸ਼ਰ ਦੇ ਨਾਲ ਕਹਿੰਦੇ। ਇਹਦੇ ਅਸੀਂ ਜੈਮਸ ਜਿਹੜੇ ਹੈਗੇ, ਜੈਮਸ ਕਾਫੀ ਦੇਰ ਲਈ ਖ਼ਰਾਬ ਨਹੀਂ ਹੁੰਦੇ, ਕਿਉਂਕਿ ਉਹਦੇ ਵਿੱਚ ਸ਼ੂਗਰ ਕੌਨਸਨਟ੍ਰੇਸ਼ਨ ਜਿਹੜੀ ਹੈਗੀ ਉਹ ਜ਼ਿਆਦਾ ਹੁੰਦੀ ਹੈਗੀ। ਮੁਰੱਬੇ ਬਣਾਉਂਦੇ ਹੈਗੇ, ਉਹਦੇ ਵਿੱਚ ਅਸੀਂ ਜਿਹੜੀ ਸ਼ੂਗਰ ਹੈਗੀ ਦੇਖੋ ਕਿੰਨੀ ਜ਼ਿਆਦਾ ਪਾਉਂਦੇ ਹੈਗੇ। ਦੈਟ ਇਜ਼ ਜਸਟ ਟੂ ਮੇਨਟੇਨ ਦਿਸ ਮੈਥਡ। ਨੇਮ ਆਫ ਦਿਸ ਮੈਥਡ ਇਜ਼ ਦਾ ਔਸਮੋਟਿਕ ਪ੍ਰੈਸ਼ਰ ਟਰੀਟਮੈਂਟ ਮੈਥਡ। ਸੋ ਸਾਲਟ ਜਿਹੜਾ ਹੈਗਾ ਉਹਨੂੰ ਅਸੀਂ ਪ੍ਰੀਜ਼ਰਵ ਕਰਦੇ ਹਾਂ ਫੂਡ ਵਾਸਤੇ, ਜਿੱਦਾਂ ਸਾਲਟਿੰਗ ਐਂਡ ਬਰਾਈਨਿੰਗ ਆਫ ਦਾ ਫਿਸ਼ ਨੂੰ ਅਸੀਂ ਸਾਲਟ ਲਗਾ ਕੇ ਰੱਖ ਲੈਂਦੇ ਹੈਗੇ, ਨਮਕ ਵਾਲੇ ਪਾਣੀ 'ਚ ਧੋ ਲੈਂਦੇ ਹੈਗੇ। ਕੌਰਨਿੰਗ ਆਫ ਬੀਫ ਕਰਦੇ ਹੈਗੇ ਆ, ਜਾਂ ਗ੍ਰੀਨ ਓਲਿਵਸ ਜੋ ਹੈ ਉਹਦੀ ਬ੍ਰਿੰਗਿੰਗ ਕਰਦੇ ਹੈਗੇ ਆ। ਫਾਰ ਐਗਜ਼ਾਮਪਲ ਯੂਜ਼ ਆਫ ਦਾ ਹਾਈ ਸਾਲਟ ਕੌਨਸਨਟ੍ਰੇਸ਼ਨ ਦੇ ਨਾਲ ਅਸੀਂ ਕਰਦੇ ਹਾਂ। ਇਹਦੇ ਅਸੀਂ ਵਿਦ ਦਾ ਐਕਸੈਪਸ਼ਨ ਆਫ ਹੈਲੋਫਾਈਲਸ, ਇੱਥੇ ਕੀ ਹੈਗੇ ਬਾਕੀ ਔਰਗੈਨਿਜ਼ਮ ਸਾਰੇ ਮੰਨ ਜਾਣੇ, ਬਟ ਹੈਲੋਫਾਈਲਸ ਰਹਿਣਗੇ। ਹੈਲੋਫਾਈਲਸ ਕੀ ਹੈਗਾ, ਉਹ ਜ਼ਿਆਦਾ pH 'ਤੇ ਜਿਹੜੇ ਹੈਗੇ ਆ ਉਹ
ਗਰੋ ਕਰ ਸਕਦੇ ਹੈਗੇ ਆ ਮੋਰ ਦੈਨ 7 pH ਮੋਰ ਦੈਨ 10 pH ਹੈਲੋਫਾਈਲਸ ਹੀ ਗਰੋ ਕਰ ਸਕਦੇ ਆ, ਬਾਕੀ ਇਹ 'ਚ ਬੈਕਟੀਰੀਆ ਜਿਹੜੇ ਹੈਗੇ ਆ ਉਹ ਮਰ ਜਾਣਗੇ। ਇਹਦੇ ਜੈਲੀਜ਼ ਹੋ ਗਈਆਂ, ਜੈਮ, ਐਪਲ ਸਿਰਪਸ, ਹਨੀ, ਠੀਕ ਹੈ, ਬਿਕੋਜ਼ ਆਫ ਹਾਈ ਸ਼ੂਗਰ ਕੰਟੈਂਟ ਹੈਗੇ ਇਹਦੇ 'ਚ ਬੈਕਟੀਰੀਆ ਗਰੋ ਨਹੀਂ ਕਰਦੇ। ਹਨੀ ਕਦੇ ਖ਼ਰਾਬ ਨਹੀਂ ਹੋ ਸਕਦਾ ਕਿਉਂਕਿ ਇਹਦੇ 'ਚ ਸ਼ੂਗਰ ਕੰਟੈਂਟ ਜਿਹੜੀ ਹੈਗੀ ਉਹ ਜ਼ਿਆਦਾ ਹੈਗੀ ਹੈ। ਸੋ ਦੈਨ ਇਜ਼ ਦਾ ਕੈਮੀਕਲ ਟਰੀਟਮੈਂਟ। ਅਸੀਂ ਕੈਮੀਕਲ ਟਰੀਟਮੈਂਟ ਕਿੱਦਾਂ ਦੇਣਾ ਹੈਗਾ? ਨੈਚੁਰਲੀ ਉਹ 'ਚ ਅਸੀਂ ਕੋਈ ਕੈਮੀਕਲ ਪਾਵਾਂਗੇ, ਇਹਦੇ 'ਚ ਅਸੀਂ ਕਿਲ ਵੀ ਕਰ ਸਕਦਾ ਕੈਮੀਕਲ ਅਤੇ ਇਨਹਿਬਿਟ ਵੀ ਕਰ ਸਕਦਾ ਹੈਗਾ। ਅਤੇ ਦੇ ਮੇ ਬੀ ਇਨਕੋਰਪੋਰੇਟਡ ਇਨਟੂ ਫੂਡ ਔਰ ਓਨਲੀ ਔਨ ਦੇਅਰ ਸਰਫੇਸ। ਜਿਹੜਾ ਉੱਪਰ ਵਾਲਾ ਸਰਫੇਸ ਹੈਗਾ ਆ ਉਹਦੇ 'ਤੇ ਅਸੀਂ ਕਰਨਾ, ਜਿੱਦਾਂ ਕੁਛ ਇੱਕ ਰੈਪਸ ਹੈਗੇ, ਰੈਪ ਕਰਦੇ ਅਸੀਂ ਕਵਰ ਕਰਨ ਵਾਸਤੇ, ਉਹਦੇ ਵਿੱਚ ਉਹਨੂੰ ਟੂ ਬੀ ਮੇ ਬੀ ਟਰੀਟਡ ਸੋ ਦੈਟ ਮੇ ਬੀ ਯੂਜ਼ ਟੂ ਗੈਸ ਔਰ ਵੇਪਰਸ ਅਰਾਊਂਡ ਦਾ ਫੂਡ। ਉਹਨੂੰ ਅਸੀਂ ਟਰੀਟ ਕਰਕੇ ਜਾਂ ਕਿਸੇ ਕੈਮੀਕਲਸ ਦੇ ਨਾਲ ਜਾਂ ਗੈਸ ਦੇ ਨਾਲ ਜਾਂ ਫੂਡ ਜਿਹੜਾ ਹੈਗਾ ਅਸੀਂ ਉਹਦੇ ਨਾਲ ਰੈਪ ਕਰਾਂਗੇ। ਤੋ ਕੁਛ ਇੱਕ ਸਿਲੈਕਟਡ ਕੈਮੀਕਲਸ ਹੀ ਹੈ ਜਿਹੜੇ ਕਿ ਮਾਈਕਰੋ ਔਰਗੈਨਿਜ਼ਮਸ ਨੂੰ ਕਿਲ ਕਰਦੇ ਹੈਗੇ, ਬਟ ਇਹ ਮੈਥਡ ਨੂੰ ਅਸੀਂ ਜ਼ਿਆਦਾ ਨਹੀਂ ਲੈ ਸਕਦੇ ਕਿਉਂਕਿ ਖਾਣਾ ਅਸੀਂ ਖਾਣਾ ਹੈਗਾ, ਅਤੇ ਅਗਰ ਅਸੀਂ ਖਾਵਾਂਗੇ ਤਾਂ ਨੈਚੁਰਲੀ ਕੈਮੀਕਲ ਜਿਹੜੀ ਹੈਗਾ ਉਹ ਵੀ ਬੋਡੀ ਦੇ ਅੰਦਰ ਜਾਏਗਾ, ਅਤੇ ਇਸ ਲਈ ਇਸ ਨੂੰ ਅਸੀਂ ਕੈਮੀਕਲੀ ਜਿਹੜਾ ਪ੍ਰੀਜ਼ਰਵੇਸ਼ਨ ਲਈ ਅਸੀਂ ਘੱਟ ਪ੍ਰਯੋਗ ਕਰਦੇ ਹੈਗੇ ਆ। ਬਟ ਕੁਛ ਇੱਕ ਪ੍ਰੀਜ਼ਰਵੇਟਿਵਸ ਹੈਗੇ ਆ, ਤੁਸੀਂ ਦੇਖੋ ਉਹਦੇ ਵਿੱਚ ਕੈਮੀਕਲ ਪ੍ਰੀਜ਼ਰਵੇਟਿਵ 1, ਪ੍ਰੀਜ਼ਰਵੇਟਿਵ 2 ਜਿਹੜਾ ਹੈਗਾ ਉਹ ਅਲਾਉਡ ਹੁੰਦਾ ਹੈਗਾ ਬਾਏ ਦਾ ਫੂਡ ਐਸੋਸੀਏਸ਼ਨ। ਸੋ ਦੈਟ ਇਜ਼ ਅਲਾਉਡ ਪ੍ਰੀਜ਼ਰਵੇਟਿਵ ਵੀ ਕੈਨ ਯੂਜ਼। ਦੈਨ ਇਜ਼ ਦਾ ਔਰਗੈਨਿਕ, ਦੈਨ ਇਜ਼ ਦਾ ਕੈਮੀਕਲ ਟਰੀਟਮੈਂਟ ਦੇ ਵਿੱਚ ਕਿਹੜੇ ਪ੍ਰੀਜ਼ਰਵੇਟਿਵ ਅਸੀਂ ਯੂਜ਼ ਕਰ ਸਕਦੇ ਹਾਂ, ਜਿੱਦਾਂ ਔਰਗੈਨਿਕ ਐਸਿਡ ਐਂਡ ਦੇਅਰ ਸਾਲਟ। ਔਰਗੈਨਿਕ ਐਸਿਡ ਅਤੇ ਉਹਦੇ ਸਾਲਟ ਵੀ ਅਸੀਂ ਯੂਜ਼ ਕਰ ਸਕਦੇ ਹੈਗੇ, ਔਰ ਇਹਦੀ ਐਗਜ਼ਾਮਪਲ ਹੈਗੀ ਹੈ ਬੰਜ਼ੋਇਕ ਐਸਿਡ ਅਤੇ ਬੈਂਜ਼ੋਏਟ। ਬੰਜ਼ੋਇਕ ਐਸਿਡ ਅਤੇ ਬੈਂਜ਼ੋਏਟ ਕੈਮੀਕਲ ਹੀ ਹੈਗੇ ਆ ਜਿਹੜੇ ਕਿ ਵੈਜੀਟੇਬਲਸ ਨੂੰ ਪ੍ਰੀਜ਼ਰਵ ਕਰਨ ਲਈ ਯੂਜ਼ ਕੀਤੇ ਹੁੰਦੇ ਆ। ਸੋਡੀਅਮ ਬੈਂਜ਼ੋਏਟ ਤੁਸੀਂ ਦੇਖਿਆ ਹੋਏਗਾ, ਸੋਡੀਅਮ ਬੈਂਜ਼ੋਏਟ ਮੋਸਟਲੀ ਜਦੋਂ ਅਸੀਂ ਜੈਲੀ, ਜੈਮ, ਫਰੂਟ ਜੂਸ ਵਗੈਰਾ ਜਾਂ ਹੋਰ ਐਸਿਡਿਕ ਫੂਡਸ ਪਾਉਂਦੇ ਆ ਤਾਂ ਉਹਦੇ ਸੋਡੀਅਮ ਬੈਂਜ਼ੋਏਟ ਜਿਹੜਾ ਹੈਗਾ ਇਹ ਪ੍ਰੀਜ਼ਰਵੇਟਿਵ ਪਾ ਦਿੰਦੇ ਹੈਗੇ, ਜਿਹਦੇ ਨਾਲ ਇਹ ਕਾਫੀ ਦੇਰ ਤੱਕ ਖ਼ਰਾਬ ਨਹੀਂ ਹੁੰਦੇ। ਜੂਸਿਸ ਮੋਸਟਲੀ ਜਿਹੜੇ ਆਉਂਦੇ ਹੈਗੇ ਆ ਪੈਕਡ ਜੂਸਿਸ, ਉਹਦੇ ਵਿੱਚ ਸੋਡੀਅਮ ਬੈਂਜ਼ੋਏਟ ਹੁੰਦਾ। ਸੈਲੀਸਿਲਿਕ ਐਸਿਡ ਹੁੰਦਾ ਹੈਗਾ, ਸੈਲੀਸਿਲਿਕ ਐਸਿਡ ਜਿਹੜਾ ਹੈਗਾ ਉਹਨੂੰ ਫਰੂਟ ਔਰ ਵੈਜੀਟੇਬਲਸ ਲਈ ਅਸੀਂ ਜਿਹੜੇ ਹੈਗੇ ਆ ਬੈਂਜ਼ੋਏਟ ਦੀ ਜਗ੍ਹਾ ਪਾਉਂਦੇ ਹੈਗੇ ਆ ਫਰੂਟਸ ਵਾਸਤੇ। ਅਤੇ ਸੋਰਬਿਕ ਐਸਿਡ ਜਿਹੜਾ ਹੈਗਾ ਉਹਨੂੰ ਅਸੀਂ ਯੂਜ਼ ਕਰਦੇ ਹੈਗੇ ਆ ਫੰਗਸ 'ਚ, ਅਗਰ ਕੋਈ ਫਰਮੈਂਟਡ ਫੂਡ ਦੇ ਵਿੱਚ ਜੋ ਹੈ ਜਾਂ ਬ੍ਰੈਡ ਦੇ ਉੱਪਰ ਜਿੱਦਾਂ ਫੰਗਸ ਵਗੈਰਾ ਗਰੋ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਸਕੋਰਬਿਕ ਐਸਿਡ ਜਿਹੜਾ ਉਹਨੂੰ ਪਾ ਕੇ ਅਸੀਂ ਯੂਜ਼ ਕਰ ਸਕਦੇ ਹਾਂ। ਅਤੇ ਜਿਹੜਾ ਸਕੋਰਬਿਕ ਐਸਿਡ ਆ, ਅਗਰ ਅਸੀਂ ਚੀਜ਼ ਵਗੈਰਾ ਜਿਹੜੀਆਂ 'ਤੇ ਫਾਈਲ ਲੱਗੀ ਹੁੰਦੀ ਹੈਗੀ ਆ ਉਹਦੇ ਨਾਲ ਵੀ ਸੋਰਬਿਕ ਐਸਿਡ ਜਿਹੜਾ ਹੈਗਾ ਥੱਲੇ ਲਗਾ ਕੇ ਉਹਨੂੰ ਅਸੀਂ ਕੰਟੈਮੀਨੇਸ਼ਨ ਤੋਂ ਬਚਾ ਸਕਦੇ ਹੈਗੇ। ਜਿੱਦਾਂ ਸਵੀਟ ਪਿਕਲਸ ਹੈਗੇ ਆ, ਕੰਟਰੋਲ ਆਫ ਲੈਕਟਿਕ ਫਰਮੈਂਟੇਸ਼ਨ, ਓਲਿਵਸ, ਕੁਕੁੰਬਰ ਵਾਸਤੇ ਵੀ ਅਸੀਂ ਸੋਰਬਿਕ ਐਸਿਡ ਯੂਜ਼ ਕਰਦੇ ਹੈਗੇ ਆ। ਅਤੇ ਜਿਹੜੇ ਫੂਡ ਅਸੀਂ ਯੂਜ਼ ਬਣਾਏ ਫਰਮੈਂਟੇਸ਼ਨ ਦੇ ਨਾਲ, ਜਿੱਦਾਂ ਮਿਲਕ ਪ੍ਰੋਡਕਟਸ ਹੈਗੇ ਆ ਉਹ ਲੈਕਟਿਕ ਐਸਿਟਿਕ ਅਤੇ ਪ੍ਰੋਪਾਇਨਿਕ ਐਸਿਡ ਦੇ ਨਾਲ ਵੀ ਅਸੀਂ ਯੂਜ਼ ਕਰ ਸਕਦੇ, ਪ੍ਰੀਜ਼ਰਵ ਕਰ ਸਕਦੇ ਹੈਗੇ। ਜਿੱਦਾਂ ਵਨੀਲਾ ਹੈ, ਲੈਮਨ ਫਲੇਵਰ ਐਕਸਟ੍ਰੈਕਟ ਆਫ ਵਨੀਲਾ ਲੈਮਨਸ ਆਰ ਪ੍ਰੀਜ਼ਰਵਡ ਇਨ 5 to 7% ਅਲਕੋਹਲ ਐਜ਼ ਇਟ ਕੋਐਗੂਲੇਟਸ ਸੈੱਲ ਪ੍ਰੋਟੀਨਸ। ਅਤੇ ਇਹਨੂੰ 70 ਅਲਕੋਹਲ ਦੇ ਵਿੱਚ ਵੀ ਅਸੀਂ ਜਿਹੜੀਆਂ ਹੈਗੀਆਂ ਫਲੇਵਰਸ ਜਿਹੜੀਆਂ ਹੈਗੀਆਂ ਮਿਕਸ ਕਰਕੇ ਜਿਹੜੇ ਹੈਗਾ ਫੂਡ ਨੂੰ ਬਚਾ ਸਕਦੇ। ਸੋ ਕਿੰਨੇ ਸਾਰੇ ਔਰਗੈਨਿਕ ਐਸਿਡਸ ਅਤੇ ਸਾਲਟ ਹੋ ਗਏ, ਕਿਹੜੇ ਅਸੀਂ ਪੜ੍ਹੇ, ਬੰਜ਼ੋਇਕ ਬੈਂਜ਼ੋਏਟ ਹੋ ਗਿਆ, ਸੋਡੀਅਮ ਬੈਂਜ਼ੋਏਟ ਹੋ ਗਿਆ, ਸੈਲੀਸਿਲਿਕ ਐਸਿਡ ਹੋ ਗਿਆ, ਸਕੋਰਬਿਕ ਐਸਿਡ ਹੋ ਗਿਆ, ਜਾਂ ਫਿਰ ਸਕੋਰਬਿਕ ਐਸਿਡ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਗਿਵਨ ਦਾ 50 to 70% ਅਲਕੋਹਲ ਵੀ ਯੂਜ਼ ਕਰਦੇ ਹਾਂ ਫॉर द प्रिजर्वेशन ऑफ द फूड। सो ये केमिकल्स हो गए एंड नेक्स्ट वी विल डू इन द अदर लेक्चर।